ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਪ੍ਰੋਗਰਾਮ ਕੈਨੇਡਾ ਨਾਓ ਦੇ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਅਸੀਂ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ। ਇਹਨਾਂ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਆਪਣੇ ਸਹਿਯੋਗੀ ਮਨਦੀਪ ਸਿੰਘ ਟੁੱਟ ਦੇ ਨਾਲ। ਸੋ ਮਨਦੀਪ ਜੀ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ जी। बहुत बहुत धन्यवाद इंद्रप्रीत जी। जी। मनदीप जी, एक जिहड़ी लगातार इस गल नूं लैके सवाल खड़े हो रहे ने, बहुत सारे लोग ये जानना चाहते हैं कि हुण कैनेडा ने तो अमेरिकनस दे लई बॉर्डर खोल दिता, पर अमेरिका वालों ये बॉर्डर कदों खोलिया जाएगा? सो सब तो पहला इस बारे जानकारी तुहाडे तो असीं हासिल करना चाहांगे, क्योंकि चर्चा एक छिड़ रही है, उसका भी अपडेट जिहड़ी है तुहाडे तो जानना चाहूंगे। सो बॉर्डर के बारे की इस समय जानकारी तुहाडे कोल सामने आई है? जी बिल्कुल, क्योंकि लगातार चर्चा चल रही है, क्योंकि लगातार कनेडा ते अमेरिका के दरम्यान ਜਿਹੜੀਆਂ ਉਹ ਸਰਹੱਦ ਦੇ ਉੱਤੇ ਪਾਬੰਦੀਆਂ ਲੱਗੀਆਂ ਹੋਈਆਂ ਨੇ। ਮਾਰਚ 2020 ਵਿੱਚੋਂ ਸ਼ੁਰੂ ਹੋਈਆਂ ਸੀ। ਹਾਲਾਂਕਿ ਕੈਨੇਡਾ ਨੇ ਸਤੰਬਰ ਦੇ ਵਿੱਚ ਜਿਹੜਾ ਸੀ ਬਾਰਡਰ ਖੋਲ੍ਹ ਦਿੱਤੇ ਸੀਗੇ। ਉਦੋਂ ਤੋਂ ਲੈ ਕੇ ਅਮਰੀਕਾ ਤੋਂ ਜਿਹੜੇ ਲੋਕਾਂ ਦੇ ਵੈਕਸੀਨ ਲੱਗੀ ਹੋਈ ਹੈ ਉਹ ਲੋਕ ਕੈਨੇਡਾ 'ਚ ਦਾਖਲ ਹੋ ਰਹੇ ਨੇ। ਪਰ ਕੈਨੇਡਾ ਨੇ ਮਾਫ ਕਰਨਾ, ਅਮਰੀਕਾ ਨੇ ਹਲੇ ਕੈਨੇਡਾ ਦੇ ਨਾਗਰਿਕਾਂ ਲਈ ਜਿਹੜਾ ਵਾ ਉਹ ਹਲੇ ਤੱਕ ਵੀ ਜਿਹੜੇ ਆ ਉਹ ਬਾਰਡਰ ਨਹੀਂ ਖੋਲ੍ਹੇ ਆ। और हुण चर्चा ये चल रही सी कि नवंबर दे विच खुल सकते हैं। हालांकि नवंबर तक तो पक्की उम्मीद है, पर चर्चा हुण ये भी चल रही है कि कल दी कि 21 अक्तूबर तक, क्योंकि यह पाबंदी लगी हुई है, 21 अक्तूबर को जिहड़े बॉर्डर खोल सकते हैं। दोनों पासों जिहड़े सियासतदान आ इस ते जोर पा रहे हैं, खास करके अमरीका वाले पासों जिहड़े कुछ सियासतदान ने, क्योंकि फैसला तो हुण अमरीका ने करना है। और बाइडन प्रशासन उत्ते लगातार यह दबाव पाउण दी कोशिश की जा रही है, उन्हां तों मंग की जा रही है कि कनेडा तो भी लोगों को आउण दी जिहड़ी ओह इजाजत दी जाए, क्योंकि बहुत सारे कारोबार जिहड़े इधरों लोग जाते हैं घूमण उधर, जां अपने परिवारां नूं मिलण जाते हैं, सो दोस्तां साथियों नूं मिलण जाते हैं जां घूमण जाते हैं। ਉਹਦੇ ਨਾਲ ਕਾਫੀ ਬਿਜ਼ਨਸ ਜਿਹੜੇ ਉਹ ਅਮਰੀਕਾ ਵਿੱਚ ਵੀ ਬੂਸਟ ਹੁੰਦੇ ਆ। ਇੱਥੇ ਜਿਹੜੀ ਕੈਨੇਡਾ ਦੀ ਟੂਰਿਜ਼ਮ ਇੰਡਸਟਰੀ ਆ ਉਹਦੇ ਵਿੱਚ ਵੀ ਕਾਫੀ ਕੁਝ ਉਹਦੇ ਵਿੱਚ ਹੁੰਦਾ ਆ। ਸੋ ਇਸ ਕਰਕੇ ਕੈਨੇਡਾ ਨੇ ਤਾਂ ਇਹ ਬਾਰਡਰ ਖੋਲ੍ਹ ਦਿੱਤੇ ਸੀਗੇ। ਵਪਾਰੀ ਬਹੁਤ ਦੇਰ ਤੇ ਕੈਨੇਡਾ ਦੇ ਵੀ ਜ਼ੋਰ ਪਾ ਰਹੇ ਸੀਗੇ, ਇਸੇ ਤਰੀਕੇ ਨਾਲ ਹੁਣ ਅਮਰੀਕਾ ਦੇ ਵੀ ਜ਼ੋਰ ਪਾ ਰਹੇ ਨੇ। ਸੋ ਕਈ ਸਿਆਸਤਦਾਨ ਅੱਗੇ ਆਏ ਨੇ। ਹਾਲਾਂਕਿ ਉਹ ਤਾਂ ਪਹਿਲਾਂ ਤੋਂ ਵੀ ਚਰਚਾ ਕਰ ਰਹੇ ਸੀਗੇ, ਮੰਗ ਕਰ ਰਹੇ ਸੀਗੇ ਕਿ ਬਾਰਡਰ ਜਿਹੜੇ ਉਹ ਖੋਲ੍ਹ ਦੇਣੇ ਚਾਹੀਦੇ ਆ। ਸੋ ਹੁਣ ਇੱਕ ਵਾਰੀ ਫੇਰ ਚਰਚਾ ਸਾਹਮਣੇ ਆਈ ਆ। ਸੋ ਦੇਖਦੇ ਆ ਹੁਣ ਕਿ ਇਹ 21 ਅਕਤੂਬਰ ਤੋਂ ਖੁੱਲ੍ਹਦੇ ਨੇ ਜਾਂ ਨਵੰਬਰ ਵਿੱਚ ਖੁੱਲ੍ਹਦੇ ਨੇ। ਪਰ ਇਹਦੇ ਨਾਲ ਹੀ ਦਰਸ਼ਕਾਂ ਨੂੰ ਵੀ ਦੱਸ ਦਿੰਦੇ ਆ ਕਿ ਵੈਕਸੀਨ ਸੰਬੰਧੀ ਜਿਹੜਾ ਵਾ ਉਹ ਐਲਾਨ ਅਮਰੀਕਾ ਨੇ ਕਰ ਦਿੱਤਾ ਹੈ ਕਿ ਜਿਹੜੀਆਂ WHO ਤੋਂ ਪ੍ਰਮਾਣਿਤ ਵੈਕਸੀਨ ਜਿਹੜੇ ਟੀਕੇ ਨੇ, ਜੇਕਰ ਉਹ ਉਹਨਾਂ ਦੇ ਲੱਗੀ ਹੋਊਗੀ, ਜਿਹਦੇ ਵਿੱਚ ਐਸਟਰਾਜੈਨੇਕਾ ਵੀ ਆਉਂਦੀ ਹੈ, ਕਿਉਂਕਿ ਸਵਾਲ ਇਸ ਨੂੰ ਲੈ ਕੇ ਸੀਗਾ, ਕਿਉਂਕਿ ਕੈਨੇਡਾ ਦੇ ਵਿੱਚ ਲੱਖਾਂ ਲੋਕਾਂ ਦੀ ਜਿਹੜੀ ਐਸਟਰਾਜੈਨੇਕਾ ਦੀ ਵੈਕਸੀਨ ਲੱਗੀ ਹੋਈ ਆ। ਅਮਰੀਕਾ ਨੇ ਆਪਣੇ ਤੌਰ ਤੇ ਉਹਨੂੰ ਉੱਥੇ ਮਾਨਤਾ ਨਹੀਂ ਦਿੱਤੀ ਆ, पर WHO ने मानता दी हुई है। सो वो लोग भी अमेरिका जा सकणगे जो भी ये बॉर्डर खुलणगे। सो हुण सवाल यही आ कि 21 अक्तूबर तो खुलणगे, जो चर्चा हुण चलनी शुरू हुई आ, या फिर नवंबर दे विच खोले जाणगे। जी मनदीप जी, इस संबंधित एक सर्वे भी सामने आया, क्योंकि बहुत सारे अजिहे अमेरिकनस भी ने जिन्हां नूं चिंता है, जिहड़े डरदे ने कि कैनेडा दे नाल जेकर मुड़ तो बॉर्डर खोल दिता जाता है तो फिर केसिस वध सकदे ने। इस तरह की चिंता जिहड़ी है वो प्रगटाई जा रही है। सो जिहड़ा सर्वे सामने आया, इसके बारे जानकारी तुहाडे तो जानना चाहांगे। बिल्कुल, ਜਦੋਂ ਅਮਰੀਕਾ ਲਈ ਕੈਨੇਡਾ ਨੇ ਬਾਰਡਰ ਖੋਲ੍ਹਣੇ ਸੀ ਉਦੋਂ ਇਹ ਵੀ ਚਰਚਾ ਲਗਾਤਾਰ ਚੱਲ ਰਹੀ ਸੀ। ਔਰ ਖੁਦ ਜਿਹੜੇ ਸੀਗੇ ਉਹ ਖਾਸ ਕਰਕੇ ਅਸੀਂ ਇੰਟਾਰੀਓ ਦੇ ਪ੍ਰੀਮੀਅਰ ਦੀ ਗੱਲ ਕਰ ਲਈਏ, ਉਹ ਵੀ ਕਹਿੰਦੇ ਰਹੇ ਸੀ ਕਾਫੀ ਹੱਦ ਤੱਕ, ਜਦੋਂ ਤੱਕ ਉੱਥੇ ਕਾਬੂ ਨਹੀਂ ਸੀ ਕਰੋਨਾ ਆ ਰਿਹਾ, ਜਦੋਂ ਹਲੇ ਵੈਕਸੀਨ ਨਹੀਂ ਆਈ ਸੀ, ਕਿ ਬਾਰਡਰ ਹਲੇ ਨਾ ਖੁੱਲ੍ਹ ਜਾਣ ਤਾਂ ਚੰਗੀ ਗੱਲ ਆ। ਸੋ ਕੈਨੇਡਾ ਦੇ ਲੋਕਾਂ ਦੇ ਵਿੱਚ ਵੀ ਉਹ ਕਾਫੀ ਕੁਝ ਸੀਗਾ, ਕਿਉਂਕਿ ਅਮਰੀਕਾ 'ਚ ਹਾਲਾਤ ਹੀ ਬਹੁਤ ਜ਼ਿਆਦਾ ਖਰਾਬ ਹੋ ਗਏ ਸੀਗੇ। ਔਰ ਉੱਥੇ ਕੇਸ ਜਿਹੜੇ ਸੀਗੇ ਉਹ ਲੱਖਾਂ ਦੇ ਹਿਸਾਬ ਨਾਲ ਦਿਨ ਦੇ ਵਿੱਚ ਆ ਰਹੇ ਸੀ, ਰਿਕਾਰਡ ਵੀ ਬਣੇ। ਹਾਲਾਂਕਿ ਬਾਹਰ 'ਚੋਂ ਰਿਕਾਰਡ ਜਿਹੜੇ ਸੀ ਉਹ ਭਾਰਤ ਵਿੱਚ ਟੁੱਟ ਗਏ, ਜਿਸ ਤਰੀਕੇ ਨਾਲ ਉੱਥੇ ਮਾਮਲੇ ਸਾਹਮਣੇ ਆਉਂਦੇ ਸੀਗੇ। ਪਰ ਅਮਰੀਕਾ ਦੇ ਵਿੱਚ ਹਾਲਾਤ ਉਸ ਵਕਤ ਕਾਫੀ ਖਰਾਬ ਸੀਗੇ। ਸੋ ਉਦੋਂ ਜਦੋਂ ਵੀ ਚਰਚਾ ਚੱਲਦੀ ਸੀ ਤਾਂ ਲੋਕ ਥੋੜ੍ਹੇ ਡਰ ਜਾਂਦੇ ਸੀਗੇ ਕਿ ਉੱਧਰੋਂ ਜਿਹੜੇ ਕੋਵਿਡ ਦੇ ਕੇਸ ਇੱਧਰ ਨਾ ਜਾਣ, ਕਿਉਂਕਿ ਕੈਨੇਡਾ 'ਚ ਅਮਰੀਕਾ ਦੇ ਮੁਕਾਬਲੇ ਕਾਫੀ ਘੱਟ ਕੇਸ ਸੀਗੇ। ਹਾਲਾਂਕਿ ਹੁਣ ਜਦੋਂ ਵੈਕਸੀਨ ਤੇਜ਼ੀ ਨਾਲ ਲੱਗ ਰਹੀ ਆ, ਅਮਰੀਕਾ ਦੇ ਵਿੱਚ ਵੀ ਵੱਡੀ ਪੱਧਰ 'ਤੇ ਲੋਕਾਂ ਦੀ ਵੈਕਸੀਨ ਲੱਗ ਚੁੱਕੀ ਹੈ, ਕੈਨੇਡਾ 'ਚ ਵੀ ਲੱਗ ਚੁੱਕੀ ਆ। ਔਰ ਹੁਣ ਜਿਹੜੇ ਲੋਕ ਆ ਉਹ ਆ ਰਹੇ ਨੇ, ਕੋਈ ਬਹੁਤੀ ਉਸ ਤਰੀਕੇ ਦੀ ਹਲਚਲ ਜਿਹੜੀ ਆ ਉਹ ਦੇਖਣ ਨੂੰ ਨਹੀਂ ਮਿਲੀ ਇਹਦੇ ਖਿਲਾਫ। ਪਰ ਕਿਉਂਕਿ ਹੁਣ ਅਮਰੀਕਾ ਨੇ ਫੈਸਲਾ ਕਰਨਾ ਹੈ ਕਿ ਅਸੀਂ ਬਾਰਡਰ ਖੋਲ੍ਹਣੇ ਜਾਂ ਨਹੀਂ ਖੋਲ੍ਹਣੇ, ਤਾਂ ਉੱਥੇ ਦੇ ਲੋਕਾਂ ਵਿੱਚ ਵੀ ਜਿਹੜਾ ਇਸ ਤਰੀਕੇ ਦੀ ਗੱਲ ਕੀਤੀ ਜਾ ਰਹੀ ਆ। ਸਰਵੇ ਹੋ ਰਹੇ ਨੇ, ਕਿੰਨੇ ਲੋਕ ਖੁਸ਼ ਨੇ, ਕਿੰਨੇ ਕੁ ਨਹੀਂ ਨੇ। ਇੱਕ ਸਰਵੇ ਉੱਥੇ ਕੀਤਾ ਗਿਆ ਇੱਕ ਮੀਡੀਆ ਅਦਾਰੇ ਵੱਲੋਂ, ਜਿਹਦੇ ਵਿੱਚ ਤਕਰੀਬਨ ਜਿਹੜਾ ਵਾ 3700 ਦੇ ਕਰੀਬ ਲੋਕਾਂ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਗਿਆ ਇਸ ਸਰਵੇ ਦੇ ਵਿੱਚ, ਜੋ ਇਹਦਾ ਸੈਂਪਲ ਕਿਹਾ ਜਾ ਸਕਦਾ ਆ। ਉਹਦੇ ਵਿੱਚ 29% ਲੋਕ ਜਿਹੜੇ ਉਹ ਥੋੜ੍ਹੇ ਫਿਕਰਮੰਦ ਨਜ਼ਰ ਆ ਰਹੇ ਆ,
ਕਿਉਂਕਿ ਇਹ ਜਿਹੜੇ ਬਾਰਡਰ ਆ ਸਿਰਫ ਕੈਨੇਡਾ ਲਈ ਨਹੀਂ, ਕਿਉਂਕਿ ਅਮਰੀਕਾ ਦੀਆਂ ਜਿਹੜੀਆਂ ਜ਼ਮੀਨੀ ਸਰਹੱਦਾਂ ਆ ਕੈਨੇਡਾ ਨਾਲ ਵੀ ਲੱਗਦੀਆਂ ਨੇ, ਮੈਕਸੀਕੋ ਨਾਲ ਵੀ ਲੱਗਦੀਆਂ ਨੇ। ਸੋ ਇਹਨਾਂ ਦੋਨਾਂ ਪਾਸਿਓਂ ਜਿਹੜੀ ਆ ਹੁਣ ਇਸ ਵਕਤ ਬਾਰਡਰ ਖੋਲ੍ਹਣ ਦੀ ਚਰਚਾ ਚੱਲ ਰਹੀ ਹੈ ਕਿ ਮੈਕਸੀਕੋ ਨਾਲ ਵੀ ਸਰਹੱਦਾਂ ਖੋਲ੍ਹੀਆਂ ਜਾਣ, ਦੂਜੇ ਪਾਸੇ ਕੈਨੇਡਾ ਨਾਲ ਵੀ ਖੋਲ੍ਹੀਆਂ ਜਾਣ। ਸੋ ਕਾਫੀ ਲੋਕ ਉਸ ਨੂੰ ਵੀ ਲੈ ਕੇ ਚਿੰਤਤ ਹੈਗੇ ਆ ਵੀ ਲੋਕ ਉੱਧਰੋਂ ਇੱਧਰ ਆਉਣਗੇ, ਇੱਧਰੋਂ ਉੱਧਰ ਜਾਣਗੇ, ਕੋਵਿਡ ਹੋਰ ਮਾਮਲੇ ਸਾਹਮਣੇ ਆ ਸਕਦੇ ਆ। ਪਰ ਹੁਣ ਸਰਵੇ ਤਾਂ ਜ਼ਰੂਰ ਸਾਹਮਣੇ ਆ ਰਿਹਾ, ਲੋਕ ਕੁਝ ਡਰ ਵੀ ਰਹੇ ਆ। ਪਰ ਕੈਨੇਡਾ ਦੀ ਸਰਕਾਰ ਨੇ ਵੀ ਉਦੋਂ ਫੈਸਲਾ ਲੈ ਲਿਆ ਸੀ, ਕਿਉਂਕਿ ਵੱਡੀ ਪੱਧਰ ਤੇ ਲੋਕ ਮੰਗ ਵੀ ਕਰ ਰਹੇ ਆ ਕਿ ਜਿਹੜੇ ਬਾਰਡਰ ਖੋਲ੍ਹੇ ਜਾਣ। ਕਿਉਂਕਿ ਹੁਣ ਜੇਕਰ ਵੈਕਸੀਨ ਕਿਸੇ ਦੇ ਲੱਗ ਚੁੱਕੀ ਆ, ਜੋ ਇੱਕ ਸਰਕਾਰਾਂ ਵੱਲੋਂ ਸ਼ਰਤ ਰੱਖੀ ਜਾ ਰਹੀ ਆ, ਸਰਕਾਰਾਂ ਕਹਿ ਵੀ ਰਹੀਆਂ ਤੇ ਕਹਿੰਦੇ ਵੀ ਜੇ ਹੁਣ ਅਸੀਂ ਵੈਕਸੀਨ ਤੁਹਾਡੇ ਕਹਿਣ ਤੇ ਲਗਵਾ ਲਈ ਆ ਤਾਂ ਤੁਸੀਂ ਵੀ ਸਾਡੇ ਕਹਿਣ ਤੇ ਇੰਨੀ ਕੁ ਜਿਹੜੀ ਢਿੱਲ ਆ ਉਹ ਸਾਨੂੰ ਦਿੱਤੀ ਜਾਵੇ ਜਾਂ ਤੁਸੀਂ ਦੇ ਸਕਦੇ ਹੋ। ਸੋ ਇਸ ਤਰੀਕੇ ਨਾਲ ਹੁਣ ਗੱਲਾਂ ਚੱਲ ਰਹੀਆਂ ਨੇ। ਪਰ ਲੋਕ ਜਿਹੜੇ ਥੋੜੇ ਬਹੁਤੇ ਤਾਂ ਜ਼ਰੂਰ ਉੱਧਰ ਵੀ ਚਿੰਤਾ ਕਰ ਰਹੇ ਨੇ ਬਾਰਡਰ ਖੁੱਲ੍ਹਣ ਤੇ, ਪਰ ਲੱਗਦਾ ਹੈ ਕਿ ਬਾਰਡਰ ਫੇਰ ਵੀ ਖੁੱਲ੍ਹ ਜਾਣਗੇ। ਜੀ ਮਨਦੀਪ ਜੀ, ਅਗਲੀ ਜਿਹੜੀ ਖਬਰ ਸਾਹਮਣੇ ਆਈ ਹੈ ਉਹ ਸਿਆਸਤ ਦੇ ਨਾਲ ਜੁੜੀ ਹੋਈ ਹੈ। ਅਸੀਂ ਦੇਖਿਆ ਕਿ ਫੈਡਰਲ ਚੋਣਾਂ ਤੋਂ ਪਹਿਲਾਂ ਤਾਂ ਇੱਕ ਦੂਸਰੇ ਦੇ ਉੱਪਰ ਸਿਆਸੀ ਲੀਡਰ ਨਿਸ਼ਾਨੇ ਸਾਧ ਹੀ ਰਹੇ ਸੀ, ਪਰ ਹੁਣ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਮੁੱਦਾ ਚੁੱਕਿਆ ਗਿਆ ਹੈ। ਜਸਟਿਨ ਟਰੂਡੋ ਤੇ ਉਹਨਾਂ ਦੀ ਸਰਕਾਰ ਦੇ ਉੱਪਰ ਨਿਸ਼ਾਨਾ ਸਾਧਿਆ ਗਿਆ। ਸੋ ਜਗਮੀਤ ਸਿੰਘ ਵੱਲੋਂ ਜਿਹੜਾ ਨਿਸ਼ਾਨਾ ਸਾਧਿਆ ਗਿਆ, ਇਸ ਦੇ ਬਾਰੇ ਤੁਹਾਡੇ ਤੋਂ ਜਾਣਕਾਰੀ ਹਾਸਲ ਕਰਨਾ ਚਾਹਾਂਗੇ ਕਿ ਕਿਸ ਮੁੱਦੇ ਦੇ ਉੱਪਰ ਉਹ ਜਸਟਿਨ ਟਰੂਡੋ ਤੇ ਉਹਨਾਂ ਦੀ ਸਰਕਾਰ ਨੂੰ ਘੇਰ ਰਹੇ ਨੇ। ਬਿਲਕੁਲ ਜੀ, ਜਿੱਦਾਂ ਅਸੀਂ ਚੋਣਾਂ 'ਚ ਦੇਖਿਆ ਸੀ ਕਿ ਹਾਊਸ ਅਫੋਰਡੇਬਿਲਟੀ ਦੇ ਮੁੱਦੇ ਉੱਤੇ ਕੋਈ ਵੀ ਮੌਕਾ ਨਹੀਂ ਛੱਡਿਆ ਜਗਮੀਤ ਸਿੰਘ ਨੇ ਜਿੱਥੇ ਉਹਨਾਂ ਨੇ ਟਰੂਡੋ ਸਰਕਾਰ ਨੂੰ ਨਾ ਘੇਰਿਆ ਹੋਵੇ। ਕਿਉਂਕਿ ਪਿਛਲੇ 6 ਸਾਲ ਤੋਂ ਜਸਟਿਨ ਟਰੂਡੋ ਜਿਹੜੇ ਉਹ ਪ੍ਰਧਾਨ ਮੰਤਰੀ ਨੇ, ਸੋ ਉਹਨਾਂ ਦੀ ਅਗਵਾਈ ਵਿੱਚ ਮੁਲਕ ਚੱਲ ਰਿਹਾ। ਸੋ ਇਸ ਕਰਕੇ ਉਹਨਾਂ ਉੱਤੇ ਲਗਾਤਾਰ ਨਿਸ਼ਾਨੇ ਜਿਹੜੇ ਸਾਧੇ ਜਾਂਦੇ ਰਹੇ ਨੇ ਔਰ ਇਸੇ ਤਰੀਕੇ ਨਾਲ ਉਹਨਾਂ ਨੇ ਹੁਣ ਵੀ ਉਹੀ ਮੁੱਦਾ ਚੁੱਕਿਆ। ਤੁਹਾਨੂੰ ਯਾਦ ਹੋਣਾ ਕਿ ਆਪਾਂ ਇਸ ਪ੍ਰੋਗਰਾਮ ਵਿੱਚ ਵੀ ਕਈ ਵਾਰ ਗੱਲ ਕੀਤੀ ਸੀ। ਵੈਨਕੂਵਰ ਤੋਂ ਇੱਕ ਕੈਂਡੀਡੇਟ ਸੀਗੇ ਲਿਬਰਲ ਦੇ ਤਾਲਿਬ ਨੂਰ ਮੁਹੰਮਦ, ਉਹਨਾਂ ਨੂੰ ਕਾਫੀ ਘੇਰਿਆ ਸੀ ਕਿ ਉਹਨਾਂ ਤੇ ਦੋਸ਼ ਇਹ ਲਾਏ ਸੀ ਕਿ ਲਗਾਤਾਰ ਹਾਊਸ ਫਲਿੱਪਿੰਗ ਕਰਦੇ ਨੇ, ਕਈ ਪ੍ਰਾਪਰਟੀਜ਼ ਲੈ ਕੇ ਵੇਚ ਚੁੱਕੇ ਨੇ ਪਿਛਲੇ ਕਈ ਸਾਲਾਂ ਵਿੱਚ। ਹਾਲਾਂਕਿ ਉੱਥੇ ਐਨਡੀਪੀ ਨੇ ਮੁਕਾਬਲਾ ਵੀ ਬਹੁਤ ਸਖਤ ਦਿੱਤਾ, ਬਹੁਤ ਘੱਟ ਵੋਟਾਂ ਦੇ ਅੰਤਰ ਨਾਲ ਜਿਹੜੀ ਉੱਥੇ ਲਿਬਰਲ ਕੈਂਡੀਡੇਟ ਜਿਹੜੀ ਉਹ ਜਿੱਤ ਹੋਈ ਆ। ਸੋ ਆਪਣੇ ਤੌਰ ਤੇ ਜਿਹੜੀ ਪ੍ਰੈਸ ਰਿਲੀਜ਼ ਉਹ ਭੇਜਦੇ ਹੁੰਦੇ ਸੀ ਜਗਮੀਤ ਸਿੰਘ ਇਸ ਸੀਟ ਨੂੰ ਲੈ ਕੇ। ਸੋ ਹੁਣ ਅੱਜ ਉਹਨਾਂ ਨੇ ਮੌਂਟਰੀਅਲ ਸੰਬੰਧੀ ਇੱਕ ਖਬਰ ਛਪੀ ਸੀ, ਉਹਦੇ ਸੰਬੰਧੀ ਉਹਨਾਂ ਨੇ ਜਸਟਿਨ ਟਰੂਡੋ ਉੱਤੇ ਨਿਸ਼ਾਨਾ ਸਾਧਿਆ। ਇਹ ਵੀ ਇੱਕ ਪ੍ਰੈਸ ਰਿਲੀਜ਼ ਭੇਜੀ ਉਹਨਾਂ ਨੇ। ਇਹ ਦੱਸਿਆ ਜਾ ਰਿਹਾ ਸੀ ਕਿ $2200 ਤੋਂ ਵੱਧ ਦਾ ਰੈਂਟ ਜਿਹੜਾ ਵਾ ਮੌਂਟਰੀਅਲ ਦੇ ਵਿੱਚ ਹੋ ਚੱਲਿਆ। ਉੱਥੇ ਜੇਕਰ ਕਿਸੇ ਪਰਿਵਾਰ ਨੇ ਰਹਿਣਾ ਤੇ ਇੰਨੀ $2200 ਤੱਕ ਜਿਹੜਾ ਰੈਂਟ ਉੱਥੇ ਪਹੁੰਚ ਚੁੱਕਾ ਆ ਜਾਂ ਇੰਨਾ ਵਾਧਾ ਹੋ ਚੁੱਕਾ ਆ। ਸੋ ਉਹਨੂੰ ਲੈ ਕੇ ਜਗਮੀਤ ਸਿੰਘ ਜਿਹੜੇ ਆ ਉਹਨਾਂ ਨੇ ਸਾਧਿਆ ਕਿ ਇਹ ਜੋ ਹਾਲਾਤ ਬਿਆਨ ਕੀਤੇ ਆ ਕਿ ਇਸ ਤਰੀਕੇ ਨਾਲ ਇੱਕ ਆਮ ਪਰਿਵਾਰ ਜਿਹੜਾ ਵਾ ਉਹਦੀ ਜਿਹੜਾ ਪਹੁੰਚ ਤੋਂ ਬਾਹਰ ਜਾ ਰਿਹਾ, ਵੱਡੇ ਸ਼ਹਿਰਾਂ ਦੇ ਵਿੱਚ ਰਹਿਣਾ ਜਾਂ ਆਪਣੇ ਪਰਿਵਾਰ ਨੂੰ ਲੈ ਕੇ ਰਹਿਣਾ, ਕਿਉਂਕਿ ਉੱਥੇ ਕਾਫੀ ਕੰਮ ਵੀ ਹੁੰਦੇ ਆ, ਜੌਬ ਓਪਰਚੁਨਿਟੀਜ਼ ਬਹੁਤ ਜ਼ਿਆਦਾ ਹੁੰਦੀਆਂ ਨੇ, ਪਰ ਉੱਥੇ ਰਹਿਣਾ ਬੜਾ ਔਖਾ ਹੋਇਆ ਕਿਉਂਕਿ ਕਿਰਾਏ ਲਗਾਤਾਰ ਵੱਧ ਰਹੇ ਨੇ। ਔਰ ਕਹਿੰਦੇ ਵੀ ਇਹ ਇਸ ਗੱਲ ਦਾ ਸਬੂਤ ਆ ਕਿ ਜਸਟਿਨ ਟਰੂਡੋ ਉਹਨਾਂ ਨੇ ਬੇਸ਼ੱਕ ਪਿਛਲੇ ਸਮਿਆਂ ਵਿੱਚ ਇਸ ਗੱਲ ਨੂੰ ਲੈ ਕੇ 54 ਅਨਾਉਂਸਮੈਂਟਸ ਕੀਤੀਆਂ ਨੇ, ਪਰ ਉਹ ਕਹਿੰਦੇ ਕਿ ਜ਼ਮੀਨੀ ਪੱਧਰ ਤੇ ਇੱਕ ਵੀ ਇਹਦਾ ਅਸਰ ਜਿਹੜਾ ਉਹ ਨਜ਼ਰ ਨਹੀਂ ਆਇਆ। ਸੋ ਉਹਨਾਂ ਨੇ ਕਿਹਾ ਕਿ ਜਸਟਿਨ ਟਰੂਡੋ ਨੂੰ ਬਹੁਤ ਲੋੜ ਆ ਕਿ ਉਹ ਸਖਤ ਕਦਮ ਚੁੱਕਣ। ਹਾਲੇ ਤੱਕ ਦੋਸ਼ ਲਾਇਆ ਉਹਨਾਂ ਨੇ ਕਿ ਹਾਲੇ ਤੱਕ ਇਹ ਕਦਮ ਨਹੀਂ ਚੁੱਕੇ ਗਏ, ਜਿਹਦਾ ਨਤੀਜਾ ਇਹ ਆ ਕਿ ਘਰਾਂ ਦੀਆਂ ਕੀਮਤਾਂ ਇੰਨੀਆਂ ਵੱਧ ਰਹੀਆਂ ਨੇ, ਆਮ ਲੋਕ ਜਿਹੜੇ ਆ ਹੁਣ ਉਹ ਘਰ ਲੈਣ ਦਾ ਸੁਪਨਾ ਵੀ ਨਹੀਂ ਲੈ ਸਕਦੇ, ਇੰਨੇ ਮਹਿੰਗੇ ਘਰ ਜਿਹੜੇ ਆ ਇੱਥੇ ਹੋ ਗਏ ਨੇ। ਸੋ ਇਸ ਕਰਕੇ ਲਗਾਤਾਰ ਇਹਦੇ ਉੱਤੇ ਚਰਚਾ ਚੱਲ ਰਹੀ ਆ ਔਰ ਇਸ ਮੁੱਦੇ ਉੱਤੇ ਲੱਗਦਾ ਕਿ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਸਪੋਰਟ ਦੀ ਗੱਲ ਚੱਲੂਗੀ, ਜਦੋਂ ਨੈਗੋਸ਼ੀਏਸ਼ਨ ਹੋਊਗੀ ਤਾਂ ਜਗਮੀਤ ਸਿੰਘ ਜ਼ਰੂਰ ਕੋਸ਼ਿਸ਼ ਕਰਨਗੇ ਕਿ ਜਿਵੇਂ ਉਹ ਪੇਡ ਸਿਕ ਲੀਵ ਦੇ ਮੁੱਦੇ ਉੱਤੇ ਨੈਗੋਸ਼ੀਏਟ ਕਰਦੇ ਰਹੇ ਨੇ, ਜਿਵੇਂ ਉਹ ਕਹਿ ਰਿਹਾ ਕਿ ਹੈਲਥ ਸੈਕਟਰ ਦੇ ਵਿੱਚ ਵੱਧ ਸਪੈਂਡਿੰਗ ਕੀਤੀ ਜਾਵੇ, ਅਸੀਂ ਤਾਂ ਸਮਰਥਨ ਕਰਾਂਗੇ, ਜਿਵੇਂ ਉਹ ਕਲਾਈਮੇਟ ਦੇ ਮੁੱਦੇ ਉੱਤੇ ਗੱਲ ਕਰ ਰਹੇ ਨੇ। ਮੈਨੂੰ ਲੱਗਦਾ ਕਿ ਇਸ ਮੁੱਦੇ ਉੱਤੇ ਵੀ ਜਗਮੀਤ ਸਿੰਘ ਜਿਹੜੇ ਉਹ ਗੱਲ ਕਰਨਗੇ, ਇਸ ਮੁੱਦੇ ਉੱਤੇ ਵੀ ਨੈਗੋਸ਼ੀਏਸ਼ਨ ਕਰਕੇ ਕੋਈ ਨਾ ਕੋਈ ਕਦਮ ਚੁੱਕਣ ਲਈ ਟਰੂਡੋ ਸਰਕਾਰ ਨੂੰ ਜਿਹੜਾ ਵਾ ਉਹ ਮਜਬੂਰ ਕਰਨਗੇ ਤਾਂ ਕਿ ਟਰੂਡੋ ਸਾਹਿਬ ਦੀ ਵੀ ਸਰਕਾਰ ਚੱਲਦੀ ਰਹੇ ਤੇ ਉਹਨਾਂ ਦਾ ਮੁੱਦਾ ਵੀ ਹੱਲ ਹੋ ਜਾਵੇ। ਜੀ ਮਨਦੀਪ ਜੀ, ਕੈਨੇਡਾ ਦੇ ਵਿੱਚ ਲਗਾਤਾਰ ਅੰਤਰਰਾਸ਼ਟਰੀ ਯਾਤਰੀਆਂ ਦੇ ਵਾਸਤੇ ਵੈਕਸੀਨੇਸ਼ਨ ਪਾਸਪੋਰਟ ਸਿਸਟਮ ਸੰਬੰਧੀ ਵੀ ਚਰਚਾ ਛਿੜ ਰਹੀ ਹੈ। ਕਈ ਵਾਰ ਇਸ ਦਾ ਜ਼ਿਕਰ ਹੋਇਆ ਤੇ ਹੁਣ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਇਹ ਜਿਹੜਾ ਯਾਤਰੀਆਂ ਦੇ ਵਾਸਤੇ ਲਾਗੂ ਕਰ ਦਿੱਤਾ ਜਾਵੇਗਾ। ਸੋ ਮਨਦੀਪ ਜੀ, ਕੀ ਲੱਗਦਾ ਹੈ ਕਿ ਕਿੰਨਾ ਸਮਾਂ ਲੱਗੇਗਾ ਇਸ ਨੂੰ ਲਾਗੂ ਕਰਨ ਦੇ ਲਈ, ਜਾਂ ਮੰਤਰੀ ਵੱਲੋਂ ਕੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ? ਬਿਲਕੁਲ ਜੀ, ਲਗਾਤਾਰ ਕਿਉਂਕਿ ਹੁਣ ਵੈਸੇ ਤਾਂ ਪ੍ਰੂਫ ਆਫ ਵੈਕਸੀਨੇਸ਼ਨ ਬਹੁਤ ਸਾਰੇ ਸੂਬਿਆਂ ਵਿੱਚ ਲਾਗੂ ਹੋ ਚੁੱਕਾ ਆ, ਪਰ ਜਦੋਂ ਤੁਸੀਂ ਬਾਹਰ ਕਿਤੇ ਯਾਤਰਾ ਤੇ ਜਾਣਾ, ਦੇਸ਼ ਤੋਂ ਬਾਹਰ ਕੋਈ ਇੰਟਰਨੈਸ਼ਨਲ ਟਰੈਵਲ ਦਾ ਮਸਲਾ, ਤਾਂ ਉੱਥੇ ਜਿਹੜਾ ਵੈਕਸੀਨ ਪਾਸਪੋਰਟ ਦਾ ਹੋਣਾ ਬਹੁਤ ਜ਼ਰੂਰੀ ਆ। ਕਿਉਂਕਿ ਆਪੋ ਆਪਣੇ ਸੂਬਿਆਂ ਦੇ ਵਿੱਚ ਤਾਂ ਜ਼ਰੂਰ ਸਾਰਿਆਂ ਨੇ ਐਪ ਲਾਂਚ ਕਰ ਦਿੱਤੀਆਂ ਨੇ, ਉੱਥੇ ਤੁਸੀਂ ਜਿਹੜਾ ਵਾ ਆਪਣਾ ਦਿਖਾ ਸਕਦੇ ਹੋ, ਪਰ ਇੰਟਰਨੈਸ਼ਨਲ ਮੁੱਦੇ ਇੰਟਰਨੈਸ਼ਨਲ ਜਦੋਂ ਤੁਸੀਂ ਯਾਤਰਾ ਕਰਨੀ ਆ
ਤਾਂ ਮੰਗ ਕੀਤੀ ਜਾ ਰਹੀ ਹੈ ਕਿ ਨੈਸ਼ਨਲ ਪੱਧਰ ਤੇ ਇੱਕ ਫੈਡਰਲ ਪੱਧਰ ਉੱਤੇ ਇੱਕ ਵੈਕਸੀਨ ਪਾਸਪੋਰਟ ਬਣ ਜਾਵੇ ਤਾਂ ਕਿ ਕਿਸੇ ਨੂੰ ਵੀ ਕਿਤੇ ਦਿੱਕਤ ਨਾ ਆਵੇ। ਸੋ ਹੁਣ ਤਾਂ ਜੇਕਰ ਕਿਸੇ ਨੇ ਬਾਹਰੋਂ ਆਉਣਾ ਆ ਤਾਂ ਇੱਕ ਜਿਹੜੀ ਇਹ ਤੁਸੀਂ ਐਪ ਦਾ ਜ਼ਿਕਰ ਕੀਤਾ ਉਹਦੇ ਉੱਤੇ ਆਪਣੀ ਸਾਰੀ ਡਿਟੇਲ ਜਿਹੜੀ ਆ ਉਹ ਭਰਨੀ ਪੈਂਦੀ ਆ ਉਸ ਤਰੀਕੇ ਨਾਲ। ਉਸ ਤੋਂ ਬਾਅਦ ਤੁਸੀਂ ਜਦੋਂ ਪਹੁੰਚਦੇ ਹੋ ਤਾਂ ਫਿਰ ਉਹ ਤੁਹਾਡੇ ਉਹਨੂੰ ਮਨਜ਼ੂਰੀ ਮਿਲ ਜਾਂਦੀ ਹੈ ਕਿ ਤੁਸੀਂ ਕੈਨੇਡਾ ਦਾਖਲ ਹੋ ਸਕਦੇ ਹੋ। ਪਰ ਇਹਦੇ ਨਾਲ ਹੀ ਜੇਕਰ ਦੇਖਿਆ ਜਾਵੇ ਤਾਂ ਉਹਦੇ ਵਿੱਚ ਕਾਫੀ ਕੰਮ ਲੰਮਾ ਪੈ ਜਾਂਦਾ ਹੈ। ਸੋ ਇਸ ਕਰਕੇ ਮੰਗ ਇਹ ਕੀਤੀ ਹੈ ਜੀ ਕਿ ਇੱਕ ਫੈਡਰਲ ਵੈਕਸੀਨ ਪਾਸਪੋਰਟ ਜਿਹੜਾ ਵਾ ਉਹ ਲਾਗੂ ਕਰ ਦਿੱਤਾ ਜਾਵੇ। ਸੋ ਇਹਦੇ ਸੰਬੰਧੀ ਅੱਜ ਸਰਕਾਰ ਵੱਲੋਂ ਸਪਸ਼ਟ ਕੀਤਾ ਗਿਆ ਕਿ ਇਹਦੇ ਤੇ ਕੰਮ ਚੱਲ ਰਿਹਾ ਔਰ 2 ਮਹੀਨੇ ਜਿਹੜੇ ਆ ਉਹ ਇਹਦੇ ਤੇ ਹੋਰ ਲੱਗਣਗੇ ਤੇ ਉਸ ਤੋਂ ਬਾਅਦ ਇਹ ਲਾਗੂ ਹੋ ਜਾਵੇਗਾ। ਸੋ ਫਿਰ ਅੰਤਰਰਾਸ਼ਟਰੀ ਪੱਧਰ ਉੱਤੇ ਯਾਤਰਾ ਜਿਹੜਾ ਵਾ ਇਹਨੂੰ ਵਰਤਿਆ ਜਾਵੇਗਾ। ਸੋ ਇਹਦੇ ਵਿੱਚ ਹੁਣ ਕਿਸ ਤਰੀਕੇ ਨਾਲ ਜਿਹੜਾ ਇਹ ਡਾਟਾ ਸਾਂਝਾ ਕੀਤਾ ਜਾਵੇਗਾ ਹਰ ਕਿਸੇ ਦਾ, ਜਾਂ ਉਹਨੂੰ ਕਿਸ ਤਰੀਕੇ ਦੀ ਨਾਲ ਲਾਗੂ ਕੀਤਾ ਜਾਵੇਗਾ, ਇਹ ਵੀ ਇੱਕ ਦਿਲਚਸਪ ਗੱਲ ਆ ਵੀ ਕਿਵੇਂ ਇਹ ਇਨਫੋਰਮੇਸ਼ਨ ਜਿਹੜੀ ਆ, ਜਾਂ ਫਿਰ ਇੱਕ ਵੈਸੇ ਹੀ ਅਨਾਉਂਸਮੈਂਟ ਵਰਗਾ ਕੁਝ ਹੋਵੇਗਾ ਕਿ ਹਾਂਜੀ ਅਸੀਂ ਜ਼ਿੰਮੇਵਾਰੀ ਲੈਂਦੇ ਆ ਕਿ ਇਹਨੇ ਵੈਕਸੀਨ ਲੱਗੀ ਹੋਈ ਆ, ਜਾਂ ਵਾਕਈ ਉਹਦਾ ਡਾਟਾ ਅੱਗੇ ਜਾ ਕੇ ਸਾਂਝਾ ਕੀਤਾ ਜਾਵੇਗਾ। ਸੋ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਨੇ, ਪਰ ਇਹ ਕਿਹਾ ਗਿਆ ਕਿ 2 ਮਹੀਨੇ ਹੋਰ ਲੱਗਣਗੇ, ਹਲੇ ਇਹ ਤਿਆਰ ਹੋ ਰਿਹਾ ਜੀ। ਮਨਦੀਪ ਜੀ, ਇੱਕ ਮਾਮਲਾ 2 ਸਾਲ ਪਹਿਲਾਂ ਸਾਹਮਣੇ ਆਇਆ ਸੀ, 2 ਸਾਲ ਤੋਂ ਜ਼ਿਆਦਾ ਸਮਾਂ ਇਸ ਨੂੰ ਹੋ ਚੁੱਕਿਆ ਹੈ, ਜਿੱਥੇ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ, ਪਰ ਅੱਜ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਸੰਬੰਧੀ ਇੱਕ ਪੰਜਾਬੀ ਨੂੰ ਸਜ਼ਾ ਸੁਣਾਈ ਗਈ ਹੈ। ਸੋ ਜਿਸ ਦੇ ਵਿੱਚ ਇੱਕ ਸਟਾਰ ਖਿਡਾਰੀ ਦੀ ਮੌਤ ਹੋ ਗਈ ਸੀ। ਮਨਦੀਪ ਜੀ, ਇਸ ਦੇ ਵਿੱਚ ਕਿਹੜੀ ਅਪਡੇਟ ਸਾਹਮਣੇ ਆਈ ਹੈ? ਕਿੰਨੇ ਸਾਲ ਦੀ ਜਿਹੜੀ ਹੈ ਖਿਡਾਰੀ ਨੂੰ ਮਾਫ ਕਰਨਾ, ਇਸ ਪੰਜਾਬੀ ਨੌਜਵਾਨ ਨੂੰ ਸਜ਼ਾ ਸੁਣਾਈ ਗਈ ਹੈ? ਬਿਲਕੁਲ ਜੀ, ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਔਰ ਸਰੀ ਦੇ ਵਿੱਚ ਸੜਕ ਹਾਦਸਾ ਹੋਇਆ ਸੀ ਤੇ ਬ੍ਰੈਂਡਨ ਬਾਸੀ ਜਿਹੜਾ ਨਾਮਕ ਫੁੱਟਬਾਲ ਖਿਡਾਰੀ ਸੀ, ਉੱਭਰਦਾ ਇੱਕ ਖਿਡਾਰੀ ਸੀਗਾ ਔਰ ਬਹੁਤ ਭਾਈਚਾਰੇ ਵਿੱਚ ਸੋਗ ਫੈਲਿਆ ਸੀ ਜਦੋਂ ਇਹ ਖਬਰ ਸਾਹਮਣੇ ਆਈ ਸੀ, ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਜਿਹੜਾ ਸੀ ਉਹ ਪ੍ਰਾਪਤੀਆਂ ਜਿਹੜਾ ਹਾਸਲ ਕਰ ਰਿਹਾ ਸੀ। ਤਾਂ ਹਾਲੇ ਇਹ ਕਿਹਾ ਜਾ ਰਿਹਾ ਸੀ ਕਿ ਉਸ ਖਿਡਾਰੀ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਔਰ ਜੇਕਰ ਉਹ ਖੇਡਦਾ ਰਹਿੰਦਾ ਤਾਂ ਕਿਸੇ ਬੁਲੰਦੀ ਤੇ ਪਹੁੰਚ ਸਕਦਾ ਸੀ ਜਿੱਥੇ ਹੋਰ ਵੀ ਭਾਈਚਾਰਾ ਉਸ ਤੇ ਮਾਣ ਕਰਦਾ। ਪਰ ਇੱਕ ਦਰਦਨਾਕ ਘਟਨਾ ਦੇ ਵਿੱਚ ਇੱਕ ਜਿਹੜੀ ਸੀ ਜੀਪ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਉਹਦੇ ਵਿੱਚ ਕੁਝ ਹੋਰ ਨੌਜਵਾਨ ਵੀ ਸਵਾਰ ਸਨ ਤੇ ਉਸ ਦੌਰਾਨ ਬ੍ਰੈਂਡਨ ਬਾਸੀ ਦੀ ਮੌਤ ਹੋ ਗਈ। ਸੋ ਉਸ ਤੋਂ ਬਾਅਦ ਇਹ ਲਗਾਤਾਰ ਜਿਹੜੀ ਸੀ ਉਹ ਜਾਂਚ ਚੱਲ ਰਹੀ ਸੀ ਵੀ ਕਿ ਆਖਰਕਾਰ ਇਹ ਸੜਕ ਹਾਦਸਾ ਵਾਪਰਿਆ ਕਿਵੇਂ। ਸੋ ਹੁਣ ਇਹ ਜਿਸ ਤਰੀਕੇ ਨਾਲ ਅਦਾਲਤ ਵੱਲੋਂ ਇਹ ਜਾਣਕਾਰੀ ਜਿਹੜੀ ਹੁਣ ਸਾਹਮਣੇ ਆਈ ਆ ਕਿ ਜਿਹੜਾ ਨੌਜਵਾਨ ਗੱਡੀ ਚਲਾ ਰਿਹਾ ਸੀ, ਦਿਲਪ੍ਰੀਤ ਉਸ ਦਾ ਨਾਮ ਸੀਗਾ, 18 ਸਾਲ ਦੀ ਉਸ ਵਕਤ ਉਹਦੀ ਉਮਰ ਸੀ, ਕਿਉਂਕਿ ਹੁਣ 20 ਸਾਲ ਦਾ ਹੋ ਚੁੱਕਿਆ, 2 ਸਾਲ ਘਟਨਾ ਨੂੰ ਹੋ ਗਿਆ। ਉਹਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ, ਜੋ ਕਿ ਗੱਡੀ ਬਹੁਤ ਤੇਜ਼ ਜਿਹੜਾ ਉਹ ਚਲਾ ਰਿਹਾ ਸੀ ਤੇ ਬਹੁਤ ਅਨਸੇਫ ਤਰੀਕੇ ਨਾਲ ਚਲਾ ਰਿਹਾ ਸੀਗਾ। ਹੋਰ ਵੀ ਕੋਈ ਚੀਜ਼ਾਂ ਉਹਦੇ ਖਿਲਾਫ ਜਾਂਦੀਆਂ ਇਸ ਮਾਮਲੇ 'ਚ ਮਿਲੀਆਂ, ਜਿਹਦੇ ਕਰਕੇ ਉਹਨੂੰ 21 ਮਹੀਨਿਆਂ ਦੀ ਜਿਹੜੀ ਸਜ਼ਾ ਆ ਉਹ ਅਦਾਲਤ ਵੱਲੋਂ ਸੁਣਾਈ ਗਈ ਆ। ਸੋ ਇਹਦੇ ਵਿੱਚ ਇੱਕ ਤਾਂ ਜਿੱਥੇ 5 ਵਿਅਕਤੀ ਬਹਿਣੇ ਚਾਹੀਦੇ ਸੀ ਗੱਡੀ ਵਿੱਚ, ਇਹ ਵੀ ਸਾਹਮਣੇ ਆਇਆ ਕਿ ਉੱਥੇ 6 ਜਾਣੇ ਬੈਠੇ ਹੋਏ ਸੀ, 6 ਜਾਣਿਆਂ ਨੂੰ ਲੈ ਕੇ ਡਰਾਈਵ ਕਰ ਰਿਹਾ ਸੀ। ਗੱਡੀ ਵੀ 150 ਤੋਂ ਉੱਪਰ ਦੀ ਸਪੀਡ ਤੇ ਜਾ ਰਹੀ ਸੀ, ਜਦਕਿ ਸਪੀਡ ਦੀ ਲਿਮਟ ਉੱਥੇ ਬਹੁਤ ਘੱਟ ਸੀ। ਔਰ ਇਹਦੇ ਨਾਲ ਇਹ ਵੀ ਸੀਗਾ ਕਿ ਸ਼ਾਇਦ ਇੱਕ ਲੜਕੀ ਵੀ ਜਿਹੜੀ ਸੀ ਉਸ ਜੀਪ ਦੇ ਵਿੱਚੋਂ ਸਿਰ ਬਾਹਰ ਕੱਢ ਕੇ ਜਿਹੜਾ ਚਲਾ ਰਹੀ ਸੀ, ਜਾਂ ਕਿਸ ਤਰੀਕੇ ਨਾਲ ਉਸ ਜੀਪ ਦੇ ਵਿੱਚ ਸਫ਼ਰ ਕਰ ਰਹੇ ਸੀਗੇ। ਸੋ ਇਸ ਤਰੀਕੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਖਿਲਾਫ ਗਈਆਂ। ਸੋ 21 ਮਹੀਨੇ ਦੀ ਸਜ਼ਾ ਜਿਹੜੀ ਦਿਲਪ੍ਰੀਤ ਨੂੰ ਹੋਈ ਆ ਜੀ। ਮਨਦੀਪ ਜੀ, ਹੁਣ ਅਸੀਂ ਗੱਲ ਕਰਦੇ ਹਾਂ ਬ੍ਰਿਟਿਸ਼ ਕੋਲੰਬੀਆ ਦੀ। ਪਹਿਲਾਂ ਤਾਂ ਅੱਜ ਇੱਕ ਅਪਡੇਟ ਸਾਹਮਣੇ ਆਈ ਹੈ ਕਿ ਜਿਹੜੇ ਬੱਚੇ ਨੇ 5 ਸਾਲ ਦੀ ਉਮਰ ਵਾਲੇ, ਉਹਨਾਂ ਦੇ ਲਈ ਵੀ ਹੁਣ ਮਾਸਕ ਪਾਉਣਾ ਜ਼ਰੂਰੀ ਹੋਵੇਗਾ, ਲਾਜ਼ਮੀ ਹੋਵੇਗਾ। ਜਿਹੜੀਆਂ ਇੰਡੋਰ ਸਪੇਸਿਸ ਨੇ ਉਸ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੋ ਇਸ ਦੇ ਬਾਰੇ ਵਧੇਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ। ਬਿਲਕੁਲ, ਕਿਉਂਕਿ ਹੁਣ ਲਗਾਤਾਰ ਜਿਹੜੀ ਵੈਕਸੀਨ ਤਾਂ ਉਹ ਤਾਂ ਲੱਗ ਰਹੀ ਆ, ਪਰ ਬੱਚਿਆਂ ਦੇ ਵੈਕਸੀਨ ਜਿਹੜੀ ਹਲੇ ਲੱਗਣੀ ਸ਼ੁਰੂ ਨਹੀਂ ਹੋਈ ਆ, 12 ਸਾਲ ਤੋਂ ਥੱਲੇ ਵਾਲੇ ਬੱਚਿਆਂ ਦੇ। ਸੋ ਅੱਜ ਜਿਹੜੀ ਹੈ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਡਾਕਟਰ ਜਿਹੜੇ ਬੌਨੀ ਹੈਨਰੀ ਹੋਣੀ ਆ ਉਹਨਾਂ ਵੱਲੋਂ ਕਿ ਜਿਹੜੇ ਹੁਣ 5 ਸਾਲ ਤੋਂ ਲੈ ਕੇ 11 ਸਾਲ ਤੱਕ ਦੇ ਬੱਚੇ ਆ ਉਹਨਾਂ ਨੂੰ ਵੀ ਮਾਸਕ ਜਿਹੜੇ ਆ ਉਹ ਪਾਉਣੇ ਪੈਣਗੇ ਇੰਡੋਰ ਸਪੇਸਸ ਦੇ ਵਿੱਚ, ਚਾਹੇ ਉਹ ਕਿਤੇ ਵੀ ਜਾਣ। ਇੰਡੋਰ ਸਪੇਸਸ ਦੇ ਵਿੱਚ ਉਹਨਾਂ ਨੂੰ ਉਹ ਮਾਸਕ ਪਾਉਣੇ ਪੈਣਗੇ ਉਹਨਾਂ ਦੀ ਸੁਰੱਖਿਆ ਦੇ ਲਈ। ਹਾਲਾਂਕਿ ਵੈਕਸੀਨ ਦਾ ਜਿਹੜਾ ਪ੍ਰਬੰਧ ਉਹ ਕੀਤਾ ਜਾ ਰਿਹਾ ਵਾ ਇਹਨਾਂ ਬੱਚਿਆਂ ਦੇ ਲਈ ਵੀ, ਕਿਉਂਕਿ ਫਾਈਜ਼ਰ ਨੇ ਵੀ ਹੈਲਥ ਕੈਨੇਡਾ ਨੂੰ ਜਿਹੜਾ ਵਾ ਉਹ ਆਪਣਾ ਡਾਟਾ ਸੌਂਪਿਆ ਵਾ, ਅਪਲਾਈ ਕੀਤਾ ਹੋਇਆ ਵਾ। ਸੋ ਜਿਹਦੇ ਉੱਤੇ ਜਿਹੜੀ ਰਿਸਰਚ ਚੱਲ ਰਹੀ ਹੈ ਹੈਲਥ ਕੈਨੇਡਾ ਦੀ। ਔਰ ਅੱਜ ਡਾਕਟਰ ਬੌਨੀ ਹੈਨਰੀ ਉਹਨਾਂ ਨੇ ਕਿਹਾ ਕਿ ਨਵੰਬਰ ਦੀ ਸਟਾਰਟਿੰਗ ਦੇ ਵਿੱਚ ਜਿਹੜੀ ਆ ਉਹਨੂੰ ਅਪਰੂਵਲ ਵੀ ਜਿਹੜੀ ਉਹ ਮਿਲ ਸਕਦੀ ਆ। ਸੋ ਨਵੰਬਰ ਦੇ ਸ਼ੁਰੂ ਵਿੱਚ ਜਿਹੜਾ ਵਾ ਉਹ ਬੱਚਿਆਂ ਦੀ ਜਿਹੜੀ ਵੈਕਸੀਨ ਹੈ ਉਹ ਲੱਗਣੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਰਜਿਸਟਰ ਕਰਨਾ ਸ਼ੁਰੂ ਕਰ ਦਿੱਤਾ ਆ ਤੇ ਜਦੋਂ ਵੀ ਵੈਕਸੀਨ ਆਵੇਗੀ ਉਦੋਂ ਫਿਰ ਵੈਕਸੀਨ ਜਿਸ ਤਰੀਕੇ ਨਾਲ ਅਪਾਇੰਟਮੈਂਟਸ ਬਣੀਆਂ ਨੇ, ਰਜਿਸਟ੍ਰੇਸ਼ਨ ਹੋਈ ਆ, ਉਸ ਤਰੀਕੇ ਨਾਲ ਜਿਹੜੀ ਫਿਰ ਵੈਕਸੀਨ ਵੀ ਲੱਗ ਜਾਵੇਗੀ। ਜਦੋਂ 12 ਸਾਲ ਤੋਂ ਲੈ ਕੇ 18 ਸਾਲ ਦੇ ਵਿਚਕਾਰ ਜਿਹੜੇ ਬੱਚਿਆਂ ਦੇ ਵੈਕਸੀਨ ਲੱਗ ਰਹੀ ਸੀ, ਉਦੋਂ ਵੀ ਬਹੁਤ ਇੱਕ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਸੀ।
ਮਾਪੇ ਚਾਹੁੰਦੇ ਸੀ ਕਿ ਉਹਨਾਂ ਦੇ ਬੱਚੇ ਸੇਫ ਹੋਣ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਜਦੋਂ ਨਵੰਬਰ ਦੇ ਸ਼ੁਰੂ ਦੇ ਵਿੱਚ ਜੋ ਇਸ ਵਕਤ ਰਿਪੋਰਟ ਸਾਹਮਣੇ ਆ ਰਹੀ ਹੈ, ਜਿਸ ਤਰੀਕੇ ਨਾਲ ਡਾਕਟਰ ਬੌਨੀ ਹੈਜ ਨੇ ਦਾਅਵਾ ਕੀਤਾ ਕਿ ਨਵੰਬਰ ਦੀ ਸ਼ੁਰੂਆਤ ਦੇ ਵਿੱਚ ਹੈਲਥ ਕੈਨੇਡਾ ਵੱਲੋਂ ਇਸ ਵੈਕਸੀਨ ਨੂੰ ਅਪਰੂਵਲ ਦਿੱਤੀ ਜਾ ਸਕਦੀ ਹੈ, ਜਿਹੜੀ ਬੱਚਿਆਂ ਦੇ ਲੱਗ ਸਕਦੀ ਹੈ 5 ਸਾਲ ਤੋਂ ਲੈ ਕੇ 11 ਸਾਲ ਦੇ ਵਿੱਚ। ਸੋ ਲੱਗਦਾ ਹੈ ਕਿ ਇਸ ਨੂੰ ਵੀ ਭਰਵਾਂ ਹੁੰਗਾਰਾ ਮਿਲੇਗਾ। ਜੀ ਮਨਦੀਪ ਜੀ, ਕਰੋਨਾ ਵਾਇਰਸ ਦੀ ਜਿਹੜੀ ਚੌਥੀ ਲਹਿਰ ਹੈ ਉਸਦਾ ਪ੍ਰਭਾਵ ਵੱਖ-ਵੱਖ ਸੂਬਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਅਸੀਂ ਲਗਾਤਾਰ ਐਲਬਰਟਾ ਦਾ ਤਾਂ ਜ਼ਿਕਰ ਕਰਦੇ ਰਹੇ ਹਾਂ, ਪਰ ਹੁਣ ਬ੍ਰਿਟਿਸ਼ ਕੋਲੰਬੀਆ ਤੋਂ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਜਿੱਥੇ ਹਾਲਾਤ ਨੇ ਉਹ ਗੰਭੀਰ ਬਣਦੇ ਹੋਏ ਦਿਖਾਈ ਦੇ ਰਹੇ ਨੇ। ਇੱਥੇ ਕੀ ਸਥਿਤੀ ਬਣੀ ਹੋਈ ਹੈ ਇਸ ਸਮੇਂ? ਬਿਲਕੁਲ ਜੀ, ਕਿਉਂਕਿ ਲਗਾਤਾਰ ਕੇਸ ਸਾਹਮਣੇ ਆ ਰਹੇ ਆ। ਪਹਿਲਾਂ ਇੰਟੀਰੀਅਰ ਹੈਲਥ ਰੀਜ਼ਨ ਜਿਹੜਾ ਸੀ ਉੱਥੋਂ ਕਾਫੀ ਕੇਸ ਸਾਹਮਣੇ ਆਏ ਸੀਗੇ, ਉਸ ਤੋਂ ਬਾਅਦ ਫਿਰ ਬਾਕੀ ਹੋਰਨਾਂ ਰੀਜ਼ਨ ਦੇ ਵਿੱਚੋਂ ਵੀ ਥੋੜਾ ਜਿਹੜਾ ਸੀ ਉਹ ਕੇਸ ਵੱਧ ਗਏ ਸੀਗੇ, ਹਾਲਾਂਕਿ ਇੱਕ ਵਾਰ ਕਾਬੂ ਵੀ ਆ ਗਏ ਸੀਗੇ। ਔਰ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜੀ ਅੱਜ ਇਸ ਗੱਲ ਤੇ ਆਪਾਂ ਖਬਰ ਤੇ ਚਰਚਾ ਕਰ ਰਹੇ ਹਾਂ ਉਹ ਹੈਗੀ ਆ ਨਾਰਥ ਰੀਜ਼ਨ ਨਾਲ, ਜਿਹੜੀ ਮਾਫ ਕਰਨਾ BC ਤੇ ਜੁੜੀ ਹੋਈ ਆ, ਜਿਹਦੇ ਵਿੱਚ 55 ਜਿਹੜੇ ਪੇਸ਼ੈਂਟ ਸੀਗੇ ICU ਵਿੱਚ, ਜਿਹੜੇ ਨਾਰਥਨ ਹੈਲਥ ਰੀਜ਼ਨ ਤੋਂ ਲਿਆ ਕੇ ਹੋਰਨਾਂ ਹੈਲਥ ਰੀਜ਼ਨ ਦੇ ਵਿੱਚ ਜਿਹੜੇ ਉਹ ਮੂਵ ਕੀਤੇ ਗਏ ਆ, ਕਿਉਂਕਿ ਉੱਥੇ ਕਪੈਸਿਟੀ ਜਿਹੜੀ ਉਹ ਫੁੱਲ ਹੋ ਗਈ ਸੀ, ਇਸੇ ਕਰਕੇ ਉਹਨਾਂ ਨੂੰ ਜਿਹੜਾ ਵਾ ਕੀਤਾ ਗਿਆ ਹੋਰਨਾਂ ਥਾਈਂ। ਔਰ ਜਿਹੜੇ 55 ਪੇਸ਼ੈਂਟ ਸੀਗੇ ICU ਵਿੱਚ, ਉਹਦੇ ਵਿੱਚੋਂ ਜੇਕਰ ਅਸੀਂ ਗੱਲ ਕਰੀਏ ਤਾਂ 43 ਜਿਹੜੇ ਆ ਉਹ ਪੋਜ਼ਿਟਿਵ ਪਾਏ ਗਏ ਕੋਵਿਡ ਦੇ। ਔਰ ਜੋ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹਦੇ ਵਿੱਚੋਂ 42 ਉਹ ਆ ਜਿਨ੍ਹਾਂ ਦੇ ਫੁੱਲੀ ਵੈਕਸੀਨ ਜਿਹੜੀ ਉਹ ਨਹੀਂ ਲੱਗੇ ਸੀ, ਉਹ ਫੁੱਲੀ ਵੈਕਸੀਨੇਟਡ ਨਹੀਂ ਸੀਗੇ, ਜਿਨ੍ਹਾਂ ਨੇ ਵੈਕਸੀਨ ਅਸੀਂ ਕਹਿ ਸਕਦੇ ਕਿ ਨਹੀਂ ਲਵਾਈ ਸੀ। ਸੋ ਉਹੀ ਬਹੁਤ ਖਤਰੇ ਵਿੱਚ ਇਸ ਵਕਤ ਦਿਖਾਈ ਦੇ ਰਹੇ ਨੇ, ਉਹੀ ਵਧੇਰੇ ਲੋਕ ICU ਵਿੱਚ ਪਏ ਹੋਏ ਨੇ। ਸੋ ਉਹਨਾਂ ਸੰਬੰਧੀ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਨਾਲ ਕਿ ਜਿਹੜੇ 55 ਟ੍ਰਾਂਸਫਰ ਕੀਤੇ ਗਏ ਨੇ ਹੋਰਨਾਂ ਰੀਜ਼ਨਾਂ ਵਿੱਚ, ਉਹਦੇ ਵਿੱਚ ਜਿਹੜਾ ਵਾ ਜਿਹੜੇ ਜ਼ਿਆਦਾਤਰ ਉਹੀ ਆ ਜਿਨ੍ਹਾਂ ਦੇ ਵੈਕਸੀਨ ਜਿਹੜੀ ਉਹ ਨਹੀਂ ਲੱਗੀ। ਸੋ ਲਗਭਗ 99% ਤੋਂ ਵੱਧ ਵੀ ਦੇਖ ਲਈਏ, ਕਿਉਂਕਿ 43 ਉਹਦੇ ਵਿੱਚੋਂ ਕੋਵਿਡ ਵਾਲੇ ਨੇ ਤੇ ਉਹਦੇ ਵਿੱਚੋਂ 42 ਜਿਹੜੇ ਨੇ ਉਹ ਅਜਿਹੇ ਨੇ ਜਿਨ੍ਹਾਂ ਦੇ ਵੈਕਸੀਨ ਜਿਹੜੀ ਉਹ ਨਹੀਂ ਲੱਗੀ ਸੀ। ਸੋ ਇਸ ਕਰਕੇ ਇਹ ਵੀ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਵੈਕਸੀਨ ਨਹੀਂ ਲਵਾਈ ਤਾਂ ਤੁਸੀਂ ਵੱਧ ਖਤਰੇ ਵਿੱਚ ਹੋ। ਜੀ ਮਨਦੀਪ ਜੀ, ਅੱਜ ਦੀ ਬ੍ਰਿਟਿਸ਼ ਕੋਲੰਬੀਆ ਅਪਡੇਟ ਕੀ ਕਹਿੰਦੀ ਹੈ? ਇੱਥੇ ਕਿੰਨੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਨੇ? ਹਾਲਾਂਕਿ ਥੈਂਕਸਗਿਵਿੰਗ ਦੇ ਦੌਰਾਨ ਬਹੁਤ ਸਾਰੇ ਪ੍ਰੋਵਿੰਸਸ ਅਜਿਹੇ ਸਨ ਜਿਨ੍ਹਾਂ ਨੇ ਜਾਣਕਾਰੀ ਸਾਂਝੀ ਨਹੀਂ ਕੀਤੀ, ਪਰ ਅਸੀਂ ਗੱਲ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰਦੇ ਹਾਂ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੀ ਇਸ ਸਮੇਂ ਹਾਲਾਤ ਬਣੇ ਹੋਏ ਨੇ? ਬਿਲਕੁਲ ਜੀ, ਲੌਂਗ ਵੀਕਐਂਡ ਸੀਗਾ, ਕਿਉਂਕਿ ਵੈਸੇ ਵੀ ਜਿਹੜਾ ਵਾ ਸੈਚਰਡੇ ਸੰਡੇ ਜਾਣਕਾਰੀ ਨਹੀਂ ਜਾਣੀ ਹੁੰਦੀ। ਸੋ ਹੁਣ ਜਿਹੜਾ ਵਾ ਅਸੀਂ ਲਗਾਤਾਰ ਪਿਛਲੇ 3-4 ਦਿਨ ਦੀ ਜਾਣਕਾਰੀ ਜਿਹੜੀ ਉਹ ਸਾਹਮਣੇ ਆਈ ਆ। ਸੋ ਅੱਜ BC ਵੱਲੋਂ ਜਿਹੜੀ ਆ ਉਹ 8 ਅਕਤੂਬਰ ਤੋਂ ਲੈ ਕੇ ਅੱਜ 12 ਅਕਤੂਬਰ ਤੱਕ ਦੀ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਹਦੇ ਵਿੱਚ ਜਿਹੜਾ ਵਾ ਇਹਨਾਂ ਦਿਨਾਂ ਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਵਾ ਇਸ ਵਕਤ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਕਿ 2090 ਕੋਵਿਡ ਦੇ ਜਿਹੜੇ ਨਵੇਂ ਕੇਸ ਸਾਹਮਣੇ ਆਏ ਆ। ਸੋ ਇਸ ਵਕਤ BC ਵਿੱਚ ਜੇਕਰ ਅਸੀਂ ਕੁੱਲ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ 5183 5183 ਮਾਮਲੇ ਇਸ ਵਕਤ ਐਕਟਿਵ ਨੇ BC ਦੇ ਵਿੱਚ। ਔਰ ਅਸੀਂ ਇਹ ਦਰਸ਼ਕਾਂ ਨੂੰ ਹੈਲਥ ਜਿਹੜੇ ਰੀਜ਼ਨ ਵਾਈਜ਼ ਉਹ ਵੀ ਦੱਸ ਦਿੰਦੇ ਆ। ਔਰ ਜੇਕਰ ਅਸੀਂ ਕਰੀਏ 8 ਤੋਂ 9 ਅਕਤੂਬਰ ਦੀ ਗੱਲ ਤਾਂ 603 ਮਾਮਲੇ ਸਾਹਮਣੇ ਆਏ ਨੇ। ਇਹਦੇ ਵਿੱਚ ਹੀ ਜੇਕਰ ਅਕਤੂਬਰ 9 ਤੋਂ 10 ਦੀ ਗੱਲ ਕਰੀਏ ਤਾਂ ਇਹਦੇ ਵਿੱਚ 634 ਮਾਮਲੇ ਸਾਹਮਣੇ ਆਏ ਨੇ। 10 ਤੋਂ 11 ਦੇ ਵਿਚਕਾਰ 468 ਅਤੇ 11 ਤੋਂ 12 ਤੱਕ 385 ਮਾਮਲੇ ਸਾਹਮਣੇ ਆਏ ਨੇ। ਇਹਦੇ ਵਿੱਚੋਂ ਜੇਕਰ ਅਸੀਂ ਨਵੇਂ ਤੇ ਐਕਟਿਵ ਕੇਸਾਂ ਦੀ ਗੱਲ ਕਰ ਲਈਏ ਤਾਂ ਫਰੇਜ਼ਰ ਹੈਲਥ ਦੇ ਵਿੱਚ ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਨੇ ਉਹ ਨੇ 814 ਤੇ 2182 ਜਿਹੜੇ ਆ ਇਸ ਵਕਤ ਐਕਟਿਵ ਮਾਮਲੇ ਫਰੇਜ਼ਰ ਹੈਲਥ ਵਿੱਚ ਮੌਜੂਦ ਨੇ। ਇਹਦੇ ਨਾਲ ਜੇਕਰ ਅਸੀਂ ਵੈਨਕੂਵਰ ਕੋਸਟਲ ਹੈਲਥ ਰੀਜ਼ਨ ਦੀ ਗੱਲ ਕਰੀਏ ਤਾਂ 229 ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਟੋਟਲ ਐਕਟਿਵ ਕੇਸ ਇੱਥੇ 647 ਨੇ। ਇੰਟੀਰੀਅਰ ਹੈਲਥ ਰੀਜ਼ਨ ਦੇ ਵਿੱਚ 404 ਮਾਮਲੇ ਸਾਹਮਣੇ ਆਏ ਨੇ ਤੇ ਟੋਟਲ ਇੱਥੇ 841 ਜਿਹੜੇ ਆ ਉਹ ਐਕਟਿਵ ਕੇਸ ਨੇ। 351 ਕੇਸ ਜਿਹੜੇ ਆ ਨਾਰਥਨ ਹੈਲਥ ਰੀਜ਼ਨ ਤੋਂ ਸਾਹਮਣੇ ਆਏ ਨੇ ਔਰ ਇਸ ਵਕਤ ਇੱਥੇ 833 ਜਿਹੜੇ ਆ ਉਹ ਐਕਟਿਵ ਕੇਸ ਨੇ। 292 ਜਿਹੜੇ ਨਵੇਂ ਕੇਸ ਆਈਲੈਂਡ ਹੈਲਥ ਰੀਜ਼ਨ ਤੋਂ ਆਏ ਨੇ। ਸੋ ਇਹਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ 622 ਜਿਹੜੇ ਨੇ ਉਹ ਨਵੇਂ ਇੱਥੇ ਮਾਫ ਕਰਨਾ ਐਕਟਿਵ ਕੇਸ ਨੇ। ਔਰ ਜੇਕਰ ਅਸੀਂ ਪਿਛਲੇ 96 ਘੰਟੇ ਦਾ ਡਾਟਾ ਦਈਏ ਵੀ 96 ਘੰਟੇ ਵਿੱਚ ਕਿੰਨੀਆਂ ਮੌਤਾਂ ਹੋਈਆਂ ਨੇ ਕੋਵਿਡ ਦੇ ਨਾਲ, ਤਾਂ ਉਹਦੇ ਵਿੱਚ 28 ਲੋਕਾਂ ਦੀ ਮੌਤ ਜਿਹੜੀ ਉਹ ਪਿਛਲੇ 96 ਘੰਟਿਆਂ ਵਿੱਚ BC 'ਚ ਹੋਈ ਆ। ਤੇ BC 'ਚ ਹੁਣ ਕੋਵਿਡ ਦੇ ਨਾਲ ਮਰਨ ਵਾਲੇ ਦੀ ਗਿਣਤੀ ਜਿਹੜੀ ਉਹ 2029 ਹੋ ਗਈ ਆ। ਔਰ ਇਹਦੇ ਨਾਲ ਹੀ ਜੇਕਰ ਅਸੀਂ ਰੀਜ਼ਨ ਵਾਈਜ਼ ਗੱਲ ਕਰ ਲਈਏ ਕਿ ਕਿੱਥੇ ਕਿੱਥੇ ਪਿਛਲੇ 96 ਘੰਟੇ 'ਚ ਕਿੰਨੀਆਂ ਮੌਤਾਂ ਹੋਈਆਂ ਨੇ, ਫਰੇਜ਼ਰ ਹੈਲਥ ਵਿੱਚ ਜਿਹੜੀਆਂ 5 ਮੌਤਾਂ ਹੋਈਆਂ ਨੇ,
ਕੋਸਟਲ ਹੈਲਥ ਰੀਜਨ ਦੇ ਵਿੱਚ 3 ਮੌਤਾਂ ਹੋਈਆਂ ਨੇ, ਇੰਟੀਰੀਅਰ ਹੈਲਥ ਰੀਜਨ ਦੇ ਵਿੱਚ 8 ਮੌਤਾਂ ਹੋਈਆਂ ਨੇ, ਨਾਰਥਰਨ ਹੈਲਥ ਰੀਜਨ ਦੇ ਵਿੱਚ 7 ਮੌਤਾਂ ਹੋਈਆਂ ਤੇ ਆਈਲੈਂਡ ਹੈਲਥ ਰੀਜਨ ਤੇ 5 ਮੌਤਾਂ ਹੋਈਆਂ ਨੇ। ਸੋ ਇਸ ਕੁੱਲ ਮਿਲਾ ਕੇ 96 ਘੰਟਿਆਂ ਵਿੱਚ 28 ਮੌਤਾਂ ਹੋਈਆਂ ਨੇ, ਜਿਸ ਤੋਂ ਪਤਾ ਲੱਗਦਾ ਕਿ ਇਸ ਵਕਤ BC ਵਿੱਚ ਹਾਲਾਤ ਕਿੰਨੇ ਗੰਭੀਰ ਨੇ। ਜੀ ਸੋ ਪ੍ਰੋਗਰਾਮ ਕੈਨੇਡਾ ਨਾਓ ਦੇ ਵਿੱਚ ਅਸੀਂ ਕੈਨੇਡਾ ਦੀਆਂ तमाम ਖਬਰਾਂ ਦੀ ਗੱਲਬਾਤ ਕੀਤੀ ਹੈ, ਇਹਨਾਂ ਦੇ ਉੱਪਰ ਵਿਚਾਰ ਚਰਚਾ ਕੀਤੀ। ਬਾਕੀ तमाम ਖਬਰਾਂ ਦੇ ਵਾਸਤੇ ਤੁਸੀਂ ਬਣੇ ਰਹੋ TV ਪੰਜਾਬ ਦੇ ਨਾਲ। ਫਿਲਹਾਲ ਸਾਨੂੰ ਦਿਓ ਇਜਾਜ਼ਤ।